ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਨੇ ਜੋ ਵੀ ਜੀਵ ਬਣਾਏ ਹਨ, ਜੋ ਸਾਨੂੰ ਦੇਖਣ ਵਿੱਚ ਬਹੁਤ ਹੀ ਭੈੜੇ ਤੇ ਬੁਰੇ ਲੱਗਦੇ ਹਨ, ਪਰ ਉਹਨਾਂ ਦਾ ਵੀ ਇਸ ਸੰਸਾਰ ਤੇ ਆਉਣ ਦਾ ਇੱਕ ਮਕਸਦ ਹੈ ਤੇ ਉਸ ਦਾ ਵੀ ਇਸ ਸੰਸਾਰਿਕ ਜੀਵਾਂ ਨੂੰ ਬਹੁਤ ਵੱਡਾ ਫਾਇਦਾ ਹੁੰਦਾ ਹੈ। ਇਸ ਲਈ ਕਦੇ ਵੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਕਿ ਪਰਮਾਤਮਾ ਨੇ ਇਸ ਜੀਵ ਨੂੰ ਕਿਉਂ ਬਣਾਇਆ ਹੈ। ਤੇ ਸਭ ਹੀ ਸੱਪ, ਮੱਖੀ, ਮੱਛਰ ਬਣਾਉਣ ਪਿੱਛੇ ਵੀ ਰੱਬ ਦਾ ਇੱਕ ਬਹੁਤ ਵੱਡਾ ਕਾਰਨ ਹੈ। ਆਓ ਜਾਣੀਏ। ਇੱਕ ਗੁਰੂ ਚੇਲਾ ਪਿੰਡ ਦੇ ਬਾਹਰ ਛੱਪੜ ਕਿਨਾਰੇ ਦਰਖਤ ਹੇਠਾਂ ਬੈਠੇ ਸਨ। ਉਹਨਾਂ ਨੂੰ ਗੁੱਤੀ, ਮੱਛਰ ਆਦਿਕ ਲੜਨ ਲੱਗਾ। ਤਦ ਚੇਲੇ ਨੇ ਕਿਹਾ, ਗੁਰੂ ਜੀ ਇੱਥੋਂ ਉੱਠ ਚੱਲੀਏ, ਕਿਉਂਕਿ ਇੱਥੇ ਜੀਵ ਜੰਤ ਲੜਦੇ ਹਨ। ਗੁਰੂ ਨੇ ਕਿਹਾ, ਇਹ ਸਭ ਪਰਮਾਤਮਾ ਦੇ ਬਣਾਏ ਹੋਏ ਹਨ ਔਰ ਪਰਮਾਤਮਾ ਦੇ ਹੁਕਮ ਵਿੱਚ ਕੰਮ ਕਰ ਰਹੇ ਹਨ। ਚੇਲੇ ਨੇ ਕਿਹਾ, ਗੁਰੂ ਜੀ ਐਸੀਆਂ ਨਿਕੰਮੀਆਂ ਚੀਜ਼ਾਂ ਜੋ ਮਨੁੱਖਾਂ ਨੂੰ ਦੁੱਖ ਦੇਣ, ਉਹਨਾਂ ਦੇ ਬਣਾਉਣ ਖੁਣੋਂ ਪਰਮਾਤਮਾ ਦਾ ਕੀ ਥੁੜਿਆ ਸੀ, ਸਗੋਂ ਨਾ ਬਣਾਉਂਦਾ ਤਾਂ ਚੰਗਾ ਸੀ। ਗੁਰੂ ਨੇ ਕਿਹਾ, ਬੱਚਾ ਇਹ ਗੱਲ ਫੇਰ ਕਦੀ ਨਹੀਂ ਕਹਿਣੀ, ਕਿਉਂਕਿ ਕੋਈ ਚੀਜ਼ ਐਸੀ ਪਰਮਾਤਮਾ ਨੇ ਪੈਦਾ ਨਹੀਂ ਕੀਤੀ ਜੋ ਵਿਰਥਾ ਹੋਵੇ ਔਰ ਜੋ ਚੀਜ਼ ਕਿਸੇ ਨੂੰ ਵੀ ਪਿਆਰੀ ਨਾ ਹੋਵੇ ਔਰ ਕਿਸੇ ਉੱਪਰ ਪਰਉਪਕਾਰ ਨਾ ਕਰੇ, ਉਸ ਨੂੰ ਵਿਰਥਾ ਕਹਿਣਾ ਚਾਹੀਏ। ਪਰ ਜੋ ਕੁਝ ਸ੍ਰਿਸ਼ਟੀ ਵਿਖੇ ਪਰਮਾਤਮਾ ਨੇ ਉਤਪੰਨ ਕੀਤਾ ਹੈ, ਉਸ ਵਿੱਚੋਂ ਕੋਈ ਵੀ ਚੀਜ਼ ਐਸੀ ਨਹੀਂ ਹੈ ਜੋ ਕਿਸੇ ਨਾ ਕਿਸੇ ਨੂੰ ਪਿਆਰੀ ਨਾ ਹੋਵੇ ਔਰ ਕਿਸੇ ਉੱਪਰ ਪਰਉਪਕਾਰ ਨਾ ਕਰੇ। ਚੇਲੇ ਨੇ ਕਿਹਾ, ਗੁਰੂ ਜੀ ਸੈਂਕੜੇ ਚੀਜ਼ਾਂ ਹਨ ਜੋ ਉਪਕਾਰ ਕਰਨਾ ਤਾਂ ਕਿਤੇ ਰਿਹਾ, ਨਿਰਾ ਦੁੱਖ ਹੀ ਦਿੰਦੀਆਂ ਹਨ, ਪਰ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਨੇ ਹਰੇਕ ਚੀਜ਼ ਨੂੰ ਹੀ ਸਭ ਦੇ ਲਾਭ ਲਈ ਬਣਾਇਆ ਹੈ। ਗੁਰੂ ਜੀ ਤੁਸੀਂ ਵਰਣਨ ਕਰੋ ਕਿ ਗੁੱਤੀ, ਮੱਛਰ ਬਣਾਉਣ ਵਿੱਚ ਪਰਮਾਤਮਾ ਨੇ ਦੁਨੀਆ ਦਾ ਕੀ ਲਾਭ ਕੀਤਾ ਹੈ। ਗੁਰੂ ਨੇ ਕਿਹਾ, ਸੁਣ ਬੱਚਾ, ਤੈਨੂੰ ਮੈਂ ਇੱਕ ਕਥਾ ਸੁਣਾਉਂਦਾ ਹਾਂ। ਉਹ ਸੁਣ ਕੇ ਤੈਨੂੰ ਆਪ ਹੀ ਪਤਾ ਲੱਗ ਜਾਊ ਕਿ ਇਸ ਗੁੱਤੀ ਖੁਣੋਂ ਕੀ ਕੁਝ ਥੁੜਿਆ ਹੋਇਆ ਸੀ ਔਰ ਰੱਬ ਨੇ ਐਵੇਂ ਹੀ ਨਹੀਂ ਬਣਾ ਧਰੀ। ਇਹੋ ਪ੍ਰਸ਼ਨ ਲੁਕਮਾਨ ਹਕੀਮ ਦੇ ਚੇਲੇ ਅਫਲਾਤੂਨ ਨੇ ਆਪਣੇ ਗੁਰੂ ਲੁਕਮਾਨ ਪਾਸ ਕੀਤਾ ਸੀ ਕਿ ਇਹ ਗੁੱਤੀ ਰੱਬ ਨੇ ਐਵੇਂ ਹੀ ਬਣਾਈ ਹੈ, ਕਿਸੇ ਅਰਥ ਨਹੀਂ। ਸੋ ਜਦ ਅਫਲਾਤੂਨ ਨੇ ਇਸ ਤਰ੍ਹਾਂ ਕਿਹਾ ਤਾਂ ਕੁਝ ਦਿਨ ਪਿੱਛੋਂ ਉਸ ਦੀਆਂ ਅੱਖਾਂ ਕੁਦਰਤ ਨਾਲ ਬੰਦ ਹੋ ਗਈਆਂ। ਅਫਲਾਤੂਨ ਨੇ ਆਪਣੇ ਸਾਰੇ ਇਲਾਜ ਕੀਤੇ ਪਰ ਅੱਖਾਂ ਰਾਜੀ ਨਾ ਹੋਈਆਂ ਤਾਂ ਆਪਣੇ ਗੁਰੂ ਲੁਕਮਾਨ ਪਾਸ ਅਰਜ਼ ਕੀਤੀ ਕਿ ਮੇਰੀਆਂ ਅੱਖਾਂ ਰਾਜੀ ਕਰੋ। ਤਦ ਲੁਕਮਾਨ ਨੇ ਇੱਕ ਬੁੱਢੇ ਹਕੀਮ ਵੱਲ ਅਫਲਾਤੂਨ ਨੂੰ ਭੇਜਿਆ। ਜਦ ਅਫਲਾਤੂਨ ਨੇ ਜਾ ਕੇ ਉਸ ਬੁੱਢੇ ਹਕੀਮ ਤੋਂ ਦਵਾਈ ਲਈ ਔਰ ਉਸ ਦਵਾਈ ਨਾਲ ਉਸ ਦੀਆਂ ਅੱਖਾਂ ਝੱਟ ਰਾਜੀ ਹੋ ਗਈਆਂ। ਤਦ ਉਸ ਨੁਸਖੇ ਨੂੰ ਜ਼ੁਬਾਨ ਪਰ ਰੱਖ ਕੇ ਚੱਟ ਲਿਆ ਔਰ ਜੋ ਜੋ ਚੀਜ਼ ਉਸ ਵਿੱਚ ਸੀ ਸਭ ਪਰਖ ਲਈ, ਪਰ ਇੱਕ ਚੀਜ਼ ਜੋ ਪਰਖ 'ਚ ਨਾ ਆਈ ਤਾਂ ਆਪਣੇ ਗੁਰੂ ਲੁਕਮਾਨ ਨੂੰ ਉਹ ਦਵਾਈ ਦੱਸ ਕੇ ਪੁੱਛਿਆ, ਜੋ ਮੈਂ ਇਸ ਦੀਆਂ ਸਭ ਚੀਜ਼ਾਂ ਪਰਖ ਲਈਆਂ ਹਨ ਪਰ ਇੱਕ ਚੀਜ਼ ਦਾ ਪਤਾ ਨਹੀਂ ਲੱਗਦਾ। ਤਦ ਲੁਕਮਾਨ ਨੇ ਕਿਹਾ, ਉਸ ਬੁੱਢੇ ਪੁਰਸ਼ ਪਾਸੋਂ ਹੀ ਜਾ ਕੇ ਪੁੱਛ। ਤਾਂ ਅਫਲਾਤੂਨ ਨੇ ਜਾ ਕੇ ਬੁੱਢੇ ਹਕੀਮ ਨੂੰ ਸਾਰੀ ਗੱਲ ਸੁਣਾ ਕੇ ਪੁੱਛਿਆ, ਜੋ ਇੱਕ ਚੀਜ਼ ਦਾ ਮੈਨੂੰ ਪਤਾ ਨਹੀਂ ਲੱਗ ਰਿਹਾ। ਤਦ ਬੁੱਢੇ ਹਕੀਮ ਨੇ ਕਿਹਾ ਕਿ ਤੈਨੂੰ ਪਤਾ ਨਹੀਂ ਲੱਗਦਾ ਕਿ ਇਹ ਗੁੱਤੀ ਹੈ। ਤਦ ਅਫਲਾਤੂਨ ਨੇ ਆਪਣੇ ਮਨ ਵਿੱਚ ਬੜਾ ਸ਼ਰਮਿੰਦਾ ਹੋਇਆ ਔਰ ਹੱਥ ਜੋੜ ਕੇ ਪਰਮਾਤਮਾ ਪਾਸੋਂ ਭੁੱਲ ਬਖਸ਼ਾਈ ਕਿ ਹੇ ਪਰਮਾਤਮਾ, ਮੈਂ ਤੇਰੇ ਕੀਤੇ ਨੂੰ ਬਿਰਥਾ ਕਿਹਾ ਸੀ ਤੇ ਮੈਨੂੰ ਖਿਮਾ ਕਰੋ। ਸੋ ਹੇ ਚੇਲਾ, ਤੂੰ ਸਮਝ ਕਿ ਇਹ ਗੁੱਤੀ ਵੀ ਕੰਮ ਆਉਣ ਵਾਲੀ ਚੀਜ਼ ਹੈ। ਚੇਲੇ ਨੇ ਕਿਹਾ, ਭਲਾ ਜੀ ਸੱਪ, ਬਿੱਛੂ ਆਦਿਕ ਜ਼ਹਿਰ ਵਾਲੇ ਜਾਨਵਰ ਕਿਸੇ ਨੂੰ ਵੀ ਫਾਇਦਾ ਪਹੁੰਚਾ ਸਕਦੇ ਹਨ? ਇਹ ਤਾਂ ਡੰਗ ਮਾਰ ਕੇ ਨੁਕਸਾਨ ਹੀ ਕਰਦੇ ਹਨ। ਗੁਰੂ ਨੇ ਕਿਹਾ, ਇਹ ਕਹਿਣਾ ਵੀ ਤੇਰੀ ਭੁੱਲ ਹੈ, ਕਿਉਂਕਿ ਸਰਪ, ਬਿੱਛੂ ਆਦਿਕ ਆਪਣੇ ਸੰਬੰਧੀਆਂ ਨੂੰ ਪਿਆਰੇ ਹਨ ਔਰ ਮਨੁੱਖਤਾ ਪਰ ਪਰਉਪਕਾਰ ਵੀ ਕਰਦੇ ਹਨ, ਕਿਉਂਕਿ ਦੁਨੀਆ ਵਿੱਚ
ਜੋ ਗੰਦੀਆਂ ਹਵਾਵਾਂ ਅਥਵਾ ਜ਼ਹਿਰੀਲੀ ਹਵਾ ਹੈ ਉਸ ਨੂੰ ਇਹ ਜ਼ਹਿਰੇ ਵਾਲੇ ਜਾਨਵਰ, ਸੱਪ, ਬਿੱਛੂ ਆਦਿਕ ਭਖਣ ਕਰਦੇ ਰਹਿੰਦੇ ਹਨ। ਜੇਕਰ ਉਹ ਗੰਦੀ ਹਵਾ ਨਾ ਖਾਣ ਤਾਂ ਉਸ ਦਾ ਅਸਰ ਮਨੁੱਖਾਂ ਉੱਪਰ ਪਵੇ ਔਰ ਮਨੁੱਖ ਹੁਣ ਨਾਲੋਂ ਬਹੁਤ ਮਰਨ ਔਰ ਦੁੱਖ ਨੂੰ ਪ੍ਰਾਪਤ ਹੋਣ, ਤਾਂ ਕਿ ਇਹ ਸੱਪ, ਬਿੱਛੂ ਆਦਿਕ ਜੀਵ ਵੀ ਪਰਮਾਤਮਾ ਦੇ ਬਿਰਥਾ ਨਹੀਂ ਬਣਾਏ ਪਰਉਪਕਾਰੀ ਹਨ। ਅਤੇ ਇਸ ਪ੍ਰਕਾਰ ਮੱਛਰ, ਮੱਖੀਆਂ ਆਦਿਕ ਜੋ ਘਿਨਾਉਣੀਆਂ ਜੂਨਾਂ ਨਜ਼ਰ ਆਉਂਦੀਆਂ ਹਨ, ਸਭ ਕੁਝ ਨਾ ਕੁਝ ਗੁਣ ਰੱਖਦੀਆਂ ਹਨ। ਅਰਥਾਤ ਮਨੁੱਖ ਜੋ ਨੱਕ ਸੁਣਕਦੇ ਹਨ ਔਰ ਥੁੱਕ ਸੁੱਟਦੇ ਹਨ ਅਥਵਾ ਹੋਰ ਕੰਗਾਰ ਆਦਿਕ ਗੰਦੀਆਂ ਚੀਜ਼ਾਂ ਆਪਣੇ ਅੰਦਰੋਂ ਕੱਢ ਕੇ ਬਾਹਰ ਸਿੱਟਦੇ ਹਨ, ਜੇਕਰ ਉਹਨਾਂ ਨੂੰ ਇਹ ਮੱਛਰ, ਮੱਖੀ ਆਦਿਕ ਨਾ ਖਾਣ ਤਾਂ ਸੜਿਆਨ ਪੈਦਾ ਹੋ ਜਾਵੇਗੀ ਤੇ ਮਨੁੱਖਾਂ ਉੱਪਰ ਉਸ ਦਾ ਬਹੁਤ ਹੀ ਬੁਰਾ ਅਸਰ ਪਵੇਗਾ, ਤਾਂ ਕਿ ਇਹ ਜੀਵ ਵੀ ਮਨੁੱਖ ਲਈ ਪਰਉਪਕਾਰ ਦਾ ਕੰਮ ਕਰਦੇ ਹਨ ਔਰ ਬਿਰਥਾ ਨਹੀਂ ਹਨ। ਹੋਰ ਸੁਣ, ਇਸ ਪ੍ਰਕਿਰਤੀ ਵਿੱਚ ਜਿਹੜੀਆਂ ਵੀ ਬਨਸਪਤੀਆਂ ਜੋ ਜੰਗਲਾਂ ਵਿੱਚ ਆਪਣੇ ਆਪ ਹੀ ਪ੍ਰਫੁੱਲਿਤ ਹੋ ਰਹੀਆਂ ਹਨ, ਇਹ ਸਭ ਰੋਗਾਂ ਨੂੰ ਦੂਰ ਕਰਨ ਵਾਲੀਆਂ ਹਨ ਤੇ ਕੋਈ ਵੀ ਬਿਰਥਾ ਨਹੀਂ ਹੈ। ਘਾਸ ਫੂਸ ਸਭ ਗੁਣਦਾਇਕ ਹਨ ਔਰ ਨਿੰਮ ਆਦਿਕ ਤਾਂ ਪ੍ਰਤੱਖ ਗੁਣਕਾਰੀ ਸਭ ਲੋਕ ਹੀ ਜਾਣਦੇ ਹਨ। ਔਰ ਪਸ਼ੂ ਚਾਰ ਪਾਏ ਵੀ ਮਨੁੱਖਾਂ ਨੂੰ ਅਨੇਕ ਪ੍ਰਕਾਰ ਦੇ ਸੁੱਖ ਦਿੰਦੇ ਹਨ। ਦੇਖੋ, ਗੁਰੂ ਜੀ ਨੇ ਫਰਮਾਇਆ ਹੈ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਹੈ ਅੰਮ੍ਰਿਤ ਦੇਈ, ਤਾਤੇ ਕੋਈ ਪਸ਼ੂ ਵੀ ਬਿਰਥਾ ਨਹੀਂ। ਬਲਕਿ ਸਾਇੰਸ ਵਾਲਿਆਂ ਨੇ ਵੀ ਲਿਖਿਆ ਹੈ ਕਿ ਜਿੱਥੇ ਗਊ ਦਾ ਗੋਹਾ ਫਿਰੇ ਉਸ ਜਗ੍ਹਾ ਬਿਜਲੀ ਨਹੀਂ ਗਿਰਦੀ, ਤਾਂ ਤੇ ਸ੍ਰਿਸ਼ਟੀ ਦੀ ਕੋਈ ਚੀਜ਼ ਵੀ ਵਿਅਰਥ ਨਹੀਂ ਹੈ। ਤੂੰ ਅੱਗੋਂ ਨੂੰ ਕਦੇ ਇਸ ਦਾ ਸ਼ੰਕਾ ਨਹੀਂ ਕਰਨਾ। ਚੇਲੇ ਨੇ ਕਿਹਾ, ਭਲਾ ਜੀ, ਇਹ ਤਾਂ ਜੋ ਆਪ ਨੇ ਕਿਹਾ ਹੈ ਸੱਚ ਮੰਨ ਲਿਆ, ਪਰੰਤੂ ਗਲੀਆਂ ਸੜੀਆਂ ਚੀਜ਼ਾਂ, ਲੀਰਾਂ ਕਚੀਰਾਂ ਔਰ ਹੱਡੀਆਂ ਆਦਿਕ ਤਾਂ ਬੁਰੀਆਂ ਚੀਜ਼ਾਂ ਹਨ। ਕੀ ਇਹ ਵੀ ਕੁਝ ਗੁਣ ਰੱਖਦੀਆਂ ਹਨ? ਗੁਰੂ ਨੇ ਕਿਹਾ, ਇਹ ਵੀ ਗੁਣ ਰੱਖਦੀਆਂ ਹਨ। ਦੇਖੋ, ਲੀਰਾਂ ਕਚੀਰਾਂ ਜੋ ਹਨ ਸੋ ਕਾਗਜ਼ ਬਣਾਉਂਦੀਆਂ ਹਨ ਔਰ ਹੱਡੀਆਂ ਜੋ ਹਨ ਸੋ ਖੰਡ ਆਦਿਕ ਨੂੰ ਸਾਫ਼ ਕਰਦੀਆਂ ਹਨ ਤੇ ਸੌਦਾਗਰਾਂ ਨੂੰ ਬੜਾ ਲਾਭ ਪਹੁੰਚਾਉਂਦੀਆਂ ਹਨ। ਸੋ ਹੇ ਚੇਲੇ, ਤੂੰ ਸਰੀਰ ਦੀ ਬਨਾਵਟ ਵੱਲ ਖਿਆਲ ਕਰ, ਜੋ ਪਰਮਾਤਮਾ ਨੇ ਕੈਸੀ ਅਚਰਜ ਬਣਾਈ ਹੈ। ਸਰੀਰ ਦਾ ਕੋਈ ਵੀ ਅੰਗ ਅਥਵਾ ਰੋਮ ਨਿਸਫਲ ਨਹੀਂ ਹੈ। ਸਿਰ ਦੇ ਕੇਸ ਔਰ ਨੱਕ, ਕੰਨ ਦੇ ਤੇ ਸਰੀਰ ਦੇ ਹੋਰ ਵਾਲ ਜੋ ਕਈ ਅਣਜਾਣਿਆਂ ਨੂੰ ਬੁਰੇ ਮਾਲੂਮ ਹੁੰਦੇ ਹਨ, ਇਹ ਵੀ ਗੁਣਕਾਰੀ ਹਨ। ਮਿੱਟੀ, ਘੱਟੇ ਔਰ ਸਰਦੀ ਤੋਂ, ਗਰਮੀ ਤੋਂ ਰੋਕਣ ਲਈ ਪਹਿਰੇਦਾਰ ਹਨ। ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਜੋ ਇਹ ਪੰਜ ਚੀਜ਼ਾਂ ਪਰਮਾਤਮਾ ਨੇ ਉਤਪੰਨ ਕੀਤੀਆਂ ਹਨ, ਇਹ ਵੀ ਬਿਰਥਾ ਨਹੀਂ ਹੈ। ਦੇਖੋ, ਜੇ ਕਾਮ ਨਾ ਹੁੰਦਾ ਤਾਂ ਸ੍ਰਿਸ਼ਟੀ ਦੀ ਉਤਪਤੀ ਕਿਸ ਤਰ੍ਹਾਂ ਹੋ ਸਕਦੀ ਸੀ, ਔਰ ਜੇ ਕ੍ਰੋਧ ਨਾ ਹੋਵੇ ਤਾਂ ਬੈਰੀਆਂ ਨੂੰ ਕਿਸ ਤਰ੍ਹਾਂ ਮਾਰਿਆ ਜਾਂਦਾ, ਔਰ ਗੁਰੂ ਜੀ ਦੁਸ਼ਟਾਂ ਨੂੰ ਕਿਸ ਤਰ੍ਹਾਂ ਮਾਰ ਸਕਦੇ। ਜੇ ਲੋਭ ਨਾ ਹੋਵੇ ਜਾਂ ਹਰੀ ਜੀ ਦੀ ਭਗਤੀ ਕੌਣ ਕਰੇ, ਔਰ ਸੰਤਾਂ ਭਗਤਾਂ ਦੀ ਸੇਵਾ ਕੌਣ ਕਰੇ। ਸ਼ੁਭ ਕੰਮਾਂ ਤੇ ਕਰਨ ਲਈ ਕੋਈ ਉਚਿਤ ਨਾ ਹੋਵੇ, ਔਰ ਜੇ ਮੋਹ ਨਾ ਹੋਵੇ ਤਾਂ ਬਾਲ ਬੱਚੇ ਦੀ ਪਰਵਰਿਸ਼ ਕੋਈ ਨਾ ਕਰ ਸਕਿਆ ਅਤੇ ਟੱਬਰ ਰੁੱਲ ਰੁੱਲ ਕੇ ਮਰ ਜਾਂਦੇ। ਜੇਕਰ ਅਹੰਕਾਰ ਨਾ ਹੁੰਦਾ ਤਾਂ ਨਿਮਰਤਾ ਵਾਲਿਆਂ ਦੀ ਕਦਰ ਕੋਈ ਨਾ ਕਰਦਾ, ਔਰ ਗਰੀਬੀ ਧਾਰਨ ਵਾਲੇ ਦੀ ਇੱਜ਼ਤ ਕੁਝ ਨਾ ਹੁੰਦੀ। ਤਾਂ ਤੇ ਇਹ ਜੋ ਪੰਜ ਵਿਸ਼ੇ ਹਨ, ਇਹ ਵੀ ਬੁਰੇ ਨਹੀਂ, ਲਾਭਦਾਇਕ ਔਰ ਗੁਣਕਾਰੀ ਹਨ। ਹੇ ਚੇਲਾ, ਹੋਰ ਦੀ ਕੀ ਬਾਤ ਕਹਿੰਦਾ ਹੈ? ਮੌਤ ਜੋ ਦੁਨੀਆ ਵਿੱਚ ਸਭ ਤੋਂ ਬੁਰੀ ਮੰਨੀ ਹੋਈ ਹੈ, ਇਹ ਵੀ ਬੁਰੀ ਨਹੀਂ ਹੈ, ਕਿਉਂਕਿ ਜੇ ਮਰਨਾ ਅਥਵਾ ਮੌਤ ਸੱਚਮੁੱਚ ਬੁਰੀ ਹੀ ਹੁੰਦੀ ਤਾਂ ਸੈਂਕੜੇ ਸਿੱਦਕੀ ਸ਼ਹੀਦ ਹੋ ਕੇ ਹੱਸ ਹੱਸ ਕੇ ਜਾਨਾਂ ਦੇ ਗਏ ਔਰ ਧਰਮ ਪਰ ਕੁਰਬਾਨ ਹੋ ਗਏ, ਉਹ ਕਦੇ ਨਾ ਮੌਤ ਕਬੂਲ ਕਰਦੇ। ਪਰ ਦੇਖੋ, ਭਾਈ ਤਾਰੂ ਸਿੰਘ ਜੀ, ਸੁਵੇਗ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਨੱਥਾ ਸਿੰਘ ਜੀ ਆਦਿਕ ਸੈਂਕੜੇ ਨੇ ਜੀਵਨ ਨਾਲੋਂ ਮਰਨ ਨੂੰ ਚੰਗਾ ਸਮਝਿਆ ਔਰ ਇਹ ਆਵਾਜ਼ ਦਿੱਤੀ
ਕਿ ਜਿਸ ਨੇ ਸਿਰ ਦੇਣਾ ਹੈ ਸਾਡੇ ਨਾਲ ਆਵਣ। ਮਰਨਾ ਬੁਰਾ ਨਹੀਂ ਸਮਝਿਆ। ਇਹ ਸੈਂਕੜੇ ਸਿੰਘ ਬਾਬਾ ਦੀਪ ਸਿੰਘ ਜੀ ਦੇ ਨਾਲ ਸ਼ਹੀਦ ਹੋ ਕੇ ਸਿਰ ਦੇ ਗਏ। ਜੇਕਰ ਉਹ ਮੌਤ ਨੂੰ ਬੁਰਾ ਸਮਝਦੇ ਤਾਂ ਕਦੇ ਵੀ ਜਾਨਾਂ ਨੂੰ ਨਾ ਗਵਾਉਂਦੇ। ਇਹ ਚੇਲੇ ਗ੍ਰੰਥਾਂ ਸ਼ਾਸਤਰਾਂ ਵਾਲਿਆਂ ਨੇ ਮੌਤ ਨੂੰ ਹੀ ਬੈਰਾਗ ਦਾ ਕਾਰਨ ਦੱਸਿਆ ਹੈ। ਅਰਥਾਤ ਜੇ ਮੌਤ ਨਾ ਹੁੰਦੀ ਤਦ ਕਿਸੇ ਨੂੰ ਬੈਰਾਗ ਨਾ ਹੁੰਦਾ ਔਰ ਕੋਈ ਵੀ ਮੁਕਤੀ ਨੂੰ ਪ੍ਰਾਪਤ ਨਾ ਹੋ ਸਕਦਾ। ਅਰਥਾਤ ਮੁਕਤੀ ਦੇ ਪ੍ਰਾਪਤ ਕਰਨ ਲਈ ਵੀ ਮੌਤ ਗੁਣਕਾਰੀ ਹੈ। ਇਸੇ ਤੇ ਮੌਤ ਵੀ ਬਿਰਥਾ ਨਹੀਂ ਹੈ ਪਰ ਨਾ ਹੀ ਬੁਰੀ ਹੈ। ਦੇਖੋ ਇਸੇ ਮੌਤ ਬਾਬਤ ਹੀ ਭਗਤ ਕਬੀਰ ਸਾਹਿਬ ਲਿਖਦੇ ਹਨ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।